ਰੁਪਿੰਦਰ, ਤੂੰ ਮਾਂ ਬਾਰੇ ਸੈਮੀਨਾਰ ਕੀਤਾ ਸੀ ਨਾ, ਹੁਣ ਮਦਰਸ ਡੇ ਬਾਰੇ ਕੁਝ ਸਾਂਝਵਾ। ਮੰਮੀ ਤੁਸੀਂ ਇਹ ਤੇ ਮੰਨਦੇ ਹੋ ਨਾ ਕਿ ਮਾਂ ਰੱਬ ਰੂਪ ਹੁੰਦੀ ਹੈ, ਤਾਂ ਅਸੀਂ ਫਿਰ ਪਹਿਲਾਂ ਮਾਂ ਕੋਲੋਂ ਸਿੱਖੀਏ। ਅਸੀਂ ਸਾਰੇ ਰੱਬ ਦੀਆਂ ਗੱਲਾਂ ਕਰਦੇ ਹਾਂ, ਤਾਂ ਜਿਹੜੇ ਰੱਬ ਦੇ ਗੁਣ ਨੇ ਉਹ ਸਾਰੇ ਮਾਂ 'ਚ ਨੇ ਨਾ। ਸਾਰੀ ਜਗ੍ਹਾ ਰੱਬ ਤਾਂ ਸਾਡੇ ਸਾਹਮਣੇ ਆ ਨਹੀਂ ਸੀ ਸਕਦਾ, ਇਸ ਕਰਕੇ ਸਾਡੇ ਸਾਰਿਆਂ ਵਾਸਤੇ ਰੱਬ ਨੇ ਮਾਂ ਬਣਾ ਦਿੱਤੀ ਹੈ। ਅਸੀਂ ਮਾਂ ਕੋਲੋਂ ਰੱਬੀ ਗੁਣ ਸਿੱਖ ਸਕਦੇ ਹਾਂ ਨਾ। ਮਾਂ ਕਿਸ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਕਰਦੀ ਹੈ, ਅਸੀਂ ਮਾਂ ਕੋਲੋਂ ਸਿੱਖ ਸਕਦੇ ਹਾਂ। ਮਾਂ ਕਿੰਨੀ ਨਮਰਤਾ 'ਚ ਰਹਿੰਦੀ ਹੈ ਔਰ ਮਾਂ ਕਿੰਨੀ ਸੰਤੋਖੀ ਹੁੰਦੀ ਹੈ। ਆਪ ਜਦੋਂ ਪਹਿਲਾਂ ਸੁਣਦੇ ਸੀ ਨਾ, ਉਹ ਰੋਟੀ ਪਕਾਉਂਦੀ ਸੀ ਤਾਂ ਉਹ ਅਸੀਂ ਖਾਈ ਜਾਂਦੇ ਸੀ, ਉਹਦੇ ਵਾਸਤੇ ਛੋੜਦੇ ਹੀ ਨਹੀਂ ਸੀ। ਤਾਂ ਅਸੀਂ ਉਹਨੂੰ ਕਹਿੰਦੇ ਸੀ ਮਾਂ ਤੇਰੇ ਵਾਸਤੇ, ਤਾਂ ਮਾਂ ਕਹਿੰਦੀ ਸੀ ਮਾਂ ਪਈ ਝੁੱਲ। ਤਾਂ ਉਹ ਜਿਹੜਾ ਜਜ਼ਬਾ ਸੀ, ਮਾਂ ਕਿਸ ਤਰ੍ਹਾਂ ਆਪਣਾ ਸੈਕਰੀਫਾਈਸ ਦੀ ਉਹਦੀ ਨੇਚਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਹ ਆਪਣਾ ਜੋਬਨ ਵਾਰਦੀ ਹੈ ਨਾ। ਆਪਣਾ ਜੋਬਨ ਵਾਰ ਕੇ ਆਪਣੀ ਸਾਰੀ ਜ਼ਿੰਦਗੀ ਬੱਚਿਆਂ ਵਾਸਤੇ ਲਾ ਦਿੰਦੀ ਹੈ, ਦੂਸਰਿਆਂ ਵਾਸਤੇ ਲਾ ਦਿੰਦੀ ਹੈ, ਪਤੀ ਪਤਨੀ ਵਾਸਤੇ ਲਾ ਦਿੰਦੀ ਹੈ, ਸੱਸ ਸਹੁਰੇ ਵਾਸਤੇ ਲਾ ਦਿੰਦੀ ਹੈ। ਇਸ ਤਰ੍ਹਾਂ ਕਰਦੀ ਹੈ ਨਾ, ਤਾਂ ਇਸ ਤਰੀਕੇ ਨਾਲ ਅਸੀਂ ਮਾਂ ਕੋਲੋਂ ਸਿੱਖ ਸਕਦੇ ਹਾਂ। ਇਹ ਹੁਣ ਜਿਹੜਾ ਲੋਕਡਾਊਨ ਆਇਆ ਹੈ ਨਾ, ਇਸ ਲੋਕਡਾਊਨ ਵਿੱਚ ਅਸੀਂ ਘਰ ਬੈਠੇ ਹਾਂ, ਸਾਨੂੰ ਮਜਬੂਰੀ ਨਾਲ ਮਾਂ ਦੇ ਕੋਲ ਬਹਿਣਾ ਪੈ ਰਿਹਾ ਹੈ, ਜਾਂ ਅਸੀਂ ਮਾਂ ਦੇ ਬਾਰੇ ਕੁਝ ਸੋਚਦੇ ਵੀ ਹਾਂ ਘਰ ਬੈਠ ਕੇ। ਐਵੇਂ ਤਾਂ ਅਸੀਂ ਆਪਣੀਆਂ ਪੜ੍ਹਾਈਆਂ ਔਰ ਕੰਮਾਂ 'ਚ ਬਿਜ਼ੀ ਸੀ। ਸੋ ਅਸੀਂ ਇਸ ਲੋਕਡਾਊਨ ਵਿੱਚ ਮਾਂ ਕੋਲੋਂ ਮਾਂ ਦੀ ਹੈਲਪ ਕਰ ਸਕਦੇ ਹਾਂ, ਮਾਂ ਨੂੰ ਸਮਝ ਸਕਦੇ ਹਾਂ, ਹੈ ਨਾ। ਮਾਂ ਨਾਲ ਉੱਚਾ ਨਾ ਬੋਲੀਏ। ਸਾਰੀ ਉਮਰ ਮੈਂ ਮਾਂ ਨਾਲ ਹਰ ਗੱਲ 'ਤੇ ਉੱਚਾ ਬੋਲਦਾ ਸੀ, ਗੁੱਸੇ ਨਾਲ ਬੋਲਦਾ ਸੀ। ਇਹ ਸੋਚ ਸਕਦੇ ਹਾਂ ਕਿ ਮੈਂ ਉੱਚਾ ਨਾ ਬੋਲਾਂ, ਹੈ ਨਾ। ਜ਼ਿਆਦਾਤਰ ਜਿਹੜੇ ਬੱਚੇ ਹੁੰਦੇ ਨੇ ਉਹ ਮਾਂ ਦੇ ਨਾਲ ਨਾ ਸਕੂਲ ਲਾਈਫ ਤੱਕ ਤੇ ਉੱਚਾ ਬੋਲਦੇ ਨੇ, ਪਰ ਉਸ ਤੋਂ ਬਾਅਦ ਮਾਂ ਵੱਡੇ ਹੋਣ ਵੇਲੇ ਮਾਂ ਨੂੰ ਬਿਲਕੁਲ ਮੂਰਖ ਸਮਝ, ਅਨਪੜ੍ਹ, ਬੈਕਵਰਡ ਸਮਝ ਲੈਂਦੇ ਨੇ। ਉਸ ਮਾਂ ਨੂੰ ਹੀ ਸਿਖਾਉਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਮਾਂ ਨੂੰ ਕੁਝ ਪਤਾ ਨਹੀਂ ਹੈ। ਸੋ ਅਸੀਂ ਉਹਨਾਂ ਇਸ ਲੋਕਡਾਊਨ ਵਿੱਚ ਅੰਦਰ ਬੈਠ ਕੇ ਨਾ ਮਾਂ ਕੋਲੋਂ ਸਿੱਖਾਂਗੇ। ਪਹਿਲੀ ਗੱਲ ਤਾਂ ਮਾਂ ਕੋਲ ਬੈਠਾਂਗੇ, ਹੈ ਨਾ। ਇਹ ਜਿਹੜਾ ਮਦਰਸ ਡੇ ਆ ਰਿਹਾ, ਔਰ ਮੈਂ ਜਾਣ ਕੇ ਇਹਨੂੰ ਲੋਕਡਾਊਨ ਦੀ ਇਸ ਸਿਚੁਏਸ਼ਨ ਵੇਲੇ ਸਮਝਣ ਦਾ ਕੋਸ਼ਿਸ਼ ਕਰ ਰਿਹਾ। ਸੋ ਜਿਹੜਾ ਮਾਂ ਦਾ ਜਜ਼ਬਾ ਹੈ ਨਾ, ਇਹ ਵਾਲਾ ਅਸੀਂ ਹੁਣ ਮਾਂ ਕੋਲ ਬੈਠ ਕੇ ਸਿੱਖਾਂਗੇ। ਪਹਿਲੀ ਗੱਲ ਤਾਂ ਇਹ ਸਿੱਖਾਂਗੇ ਕਿ ਮੈਂ ਮਾਂ ਨਾਲ ਉੱਚਾ ਨਹੀਂ ਬੋਲਣਾ। ਸਾਰੀ ਉਮਰ ਹੁਣ ਮੈਂ ਸਿੱਖਣਾ ਮਾਂ ਨਾਲ ਉੱਚਾ ਨਹੀਂ ਬੋਲਣਾ। ਮਾਂ ਦੀ ਮੈਂ ਰਿਸਪੈਕਟ ਕਰਨੀ ਹੈ, ਮੈਂ ਮਾਂ ਨੂੰ ਸਮਝਣਾ ਹੈ ਨਾ। ਮਾਂ ਦਾ ਹੁਕਮ ਮੰਨ ਕੇ, ਮਾਂ ਦੇ ਬਗੈਰ ਬੋਲਿਆ ਉਹਦਾ ਇਸ਼ਾਰਾ ਸਮਝ ਕੇ, ਹੈ ਨਾ। ਉਹਨੂੰ ਕਹਿੰਦੇ ਨੇ ਵਿਣ ਬੋਲਿਆ ਸਭ ਕੁਝ ਜਾਣਦਾ, ਤਾਂ ਫਿਰ ਮੈਂ ਵੀ ਤੇ ਮਾਂ ਦੇ ਇਸ਼ਾਰਿਆਂ ਨੂੰ ਹੀ ਸਮਝਾਂ, ਉਹਦੀ ਬਾਡੀ ਲੈਂਗੁਏਜ ਨੂੰ ਸਮਝਾਂ, ਉਹਦੇ ਖਿਆਲਾਂ ਨੂੰ ਸਮਝਾਂ, ਉਹਦੇ ਜਜ਼ਬਿਆਂ ਨੂੰ ਸਮਝਾਂ, ਹੈ ਨਾ। ਅਸੀਂ ਰੱਬ ਦੀਆਂ ਗੱਲਾਂ ਕਰਦੇ ਹਾਂ ਨਾ, ਤਾਂ ਹੁਣ ਅਸੀਂ ਫਿਰ ਇਹ ਵਾਲੇ ਗੁਣ ਮਾਂ ਕੋਲੋਂ ਸਿੱਖਣੇ ਨੇ ਨਾ, ਹੈ ਨਾ। ਪਰ ਇਹਦੇ ਵਿਚਕਾਰ ਘਰ ਬੈਠਿਆਂ ਆਪਣੀ ਮਾਂ ਨੂੰ ਤੇ ਸਮਝਣਾ ਹੀ ਹੈ, ਦੁਨੀਆ ਭਰ ਦੀਆਂ ਮਾਵਾਂ ਦੇ ਬਾਰੇ ਸੋਚਣਾ ਹੈ, ਹੋਰਨਾਂ ਦੀਆਂ ਮਾਵਾਂ ਬਾਰੇ ਸੋਚਣਾ ਹੈ ਕਿ ਕਿਸ ਦੀ ਮਾਂ ਨੂੰ ਕੀ ਤਕਲੀਫ ਹੋ ਸਕਦੀ ਹੈ, ਕਿਸ ਦੀ ਮਾਂ ਨੂੰ ਦਵਾਈਆਂ ਦੀ ਲੋੜ ਹੈ, ਕਿਸ ਦੀ ਮਾਂ ਨੂੰ ਕੱਪੜਿਆਂ ਦੀ ਲੋੜ ਹੈ, ਕਿਸ ਦੀ ਮਾਂ ਬਿਮਾਰ ਹੋਵੇਗੀ, ਕਿਸ ਦੀ ਮਾਂ ਇਕੱਲੀ ਬੈਠੀ ਰਹਿ ਜਾਂਦੀ ਹੈ, ਕਿਸ ਦੀ ਮਾਂ ਦੇ ਨਾਲ ਕੀ ਵਾਪਰ ਰਹੀ ਹੈ। ਸਾਰੀ ਦੁਨੀਆ ਦੀ ਮਾਵਾਂ 'ਚ ਛੂ ਪਾ ਕੇ ਵਿਚਾਰਨਾ ਸ਼ੁਰੂ ਕਰ ਦਿਆਂਗੇ। ਜੇ ਮਦਰਸ ਡੇ ਬਣਾਉਣਾ ਹੈ ਨਾ, ਇਹਨੂੰ ਨਾ ਅਸੀਂ ਆਪਣਾ 24 ਘੰਟੇ ਦਾ, 7 ਦਿਨ ਦਾ, ਸਾਰੀ ਉਮਰ ਦਾ ਨਾ ਥਾਟ ਪ੍ਰੋਸੈਸ ਹੀ ਬਣਾ ਲਈਏ, ਬਣਾ ਸਕਦੇ ਹਾਂ ਨਾ। ਮੈਨੂੰ ਤੇ ਰੱਬੀ ਗੁਣਾਂ 'ਚੋਂ ਮਾਂ ਦਾ ਇਹ ਸਮਝ ਆਉਂਦਾ ਕਿ ਰੱਬ ਮਿੱਠ ਬੋਲੜਾ ਹੈ, ਮਾਂ ਵੀ ਭਾਖਿਆ ਭਾਓ ਪਾਰ ਬੋਲਦੀ ਹੈ। ਕਈ ਮਾਵਾਂ ਪੁੱਛਦੀਆਂ ਨੇ, ਬੱਚਾ ਕਹਿਣਾ ਨਹੀਂ ਮੰਨਦਾ, ਫਿਰ ਕਦੋਂ ਤੱਕ ਮਿੱਠਾ ਬੋਲੀਏ। ਉਹਨਾਂ ਨੂੰ ਮਦਰਹੁੱਡ ਸਮਝ ਨਹੀਂ ਆਈ ਹੈ ਮਾਵਾਂ ਨੂੰ। ਰੱਬ ਬੇਅੰਤ ਅਪਾਰ ਪਿਆਰ ਕਰਦਾ, ਮਿੱਠਾ ਬੋਲਦਾ, ਭਾਖਿਆ ਪਾਓ ਪਾਰ ਕਰਦਾ, ਤਾਂ ਮਾਵਾਂ ਨੂੰ ਵੀ ਅਨਲਿਮਿਟਿਡ ਬੱਚੇ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਉਹ ਇੱਕ ਵਾਰੀ ਛੱਡ ਕਰੋੜਾਂ ਵਾਰੀ ਗਲਤੀ ਕਰੇ, ਮਾਂ ਪਿਆਰ ਕਰੇ। ਮਾਂ ਝਿੜਕਦੀ ਨਹੀਂ ਹੈ, ਮਾਂ ਮਿੱਠਾ ਬੋਲਦੀ ਹੈ। ਮਾਂ ਦਾ ਜਿਹੜਾ ਜਜ਼ਬਾ ਹੈ ਨਾ, ਅਸੀਂ ਉਸ ਜਜ਼ਬੇ ਨੂੰ ਸਮਝਣਾ ਹੈ।
ਲੇਕਿਨ ਜਿੰਨੀ ਦੁਨੀਆ ਭਰ ਦੀਆਂ ਮਾਵਾਂ ਨੇ ਨਾ ਉਹਨਾਂ ਨਾਲ, ਔਰ ਆਉਣ ਵਾਲੀਆਂ ਜਿਹੜੀਆਂ ਇਸਤਰੀਆਂ ਬੱਚੀਆਂ ਸਾਡੀਆਂ ਕੱਲ ਮਾਵਾਂ ਬਣਨਗੀਆਂ, ਉਹਨਾਂ ਨੂੰ ਤੇ ਮੈਂ ਇਹ ਸਾਂਝ ਕਰਨਾ ਚਾਹੁੰਦਾ ਕਿ ਆਪਣੇ ਅੰਦਰ ਨਾ ਸਿਰਫ ਬੱਚਾ ਜੰਮਣ ਨਾਲ ਮਾਂ ਨਹੀਂ ਬਣਦੇ ਆ, ਸਾਨੂੰ ਮਦਰਹੁੱਡ ਮਾਂ ਦਾ ਜਜ਼ਬਾ ਕਮਾਉਣਾ ਹੈ, ਜੀਣਾ ਹੈ, ਸਿੱਖਣਾ ਹੈ। ਕਈ ਬੱਚੀਆਂ ਅੱਜ ਮਾਵਾਂ ਨੂੰ ਕਹਿ ਦਿੰਦੀਆਂ ਨੇ ਕਿ ਤੁਸੀਂ ਤੇ ਬੜੀ ਨਮਰਤਾ 'ਚ ਰਹਿੰਦੇ ਹੋ, ਮੈਨੂੰ ਤੁਹਾਡੇ ਵਾਲਾ ਇਹ ਕਰੈਕਟਰ ਨਹੀਂ ਪਸੰਦ। ਉਹ ਭੁਲੇਖੇ 'ਚ ਨੇ ਬੱਚੀਆਂ। ਮਾਂ ਦਾ ਇਹ ਕਰੈਕਟਰ ਸਿੱਖਣਾ ਹੈ। ਮਾਂ ਕਿਸ ਤਰ੍ਹਾਂ ਮਦਰਹੁੱਡ ਕਮਾਉਂਦੀ ਹੈ ਨਾ, ਇਹ ਵਾਲੇ ਗੁਣ ਅਸੀਂ ਉਹਦੇ ਕੋਲੋਂ ਸਿੱਖਣੇ ਨੇ। ਮਾਂ ਦਾ ਜਿਹੜਾ ਮੋਹ ਵਾਲਾ ਜਜ਼ਬਾ ਹੈ ਉਹਦੇ 'ਤੇ ਵਾਇਰਸ ਨਹੀਂ ਲੱਗਣ ਦੇਣਾ, ਹੈ ਨਾ। ਮੈਂ ਇੱਕ ਗੱਲ ਸੁਣੀ ਸੀ ਕਿ ਇੱਕ ਮਾਂ ਨਾ ਸਕੂਲ ਆਪਣੇ ਬੱਚੇ ਨੂੰ ਦਾਖਲ ਕਰਾਉਣ ਗਈ ਤਾਂ ਉਹਨਾਂ ਨੂੰ ਕਹਿੰਦੀ ਹੈ ਕਿ ਮੇਰਾ ਬੱਚਾ ਬੜਾ ਸ਼ਰਾਰਤੀ ਹੈ, ਬੜਾ ਨੌਟੀ ਹੈ, ਤੰਗ ਕਰਦਾ, ਰੌਲਾ ਪਾਉਂਦਾ ਹੈ, ਤੁਸੀਂ ਇਹਨੂੰ ਗੁੱਸਾ ਨਹੀਂ ਕਰਨਾ। ਅਤੇ ਟੀਚਰ ਨੇ ਪੁੱਛਿਆ ਫਿਰ ਕੀ ਕਰਨਾ ਹੈ, ਤਾਂ ਕਹਿੰਦੀ ਤੁਸੀਂ ਨਾ ਇਹਦੇ ਨਾਲ ਵਾਲੇ ਬੱਚੇ ਨੂੰ ਨਾ ਥੱਪੜ ਮਾਰਨਾ, ਇਹ ਡਰ ਕੇ ਆਪੇ ਚੁੱਪ ਕਰ ਜਾਏਗਾ। ਮਾਂ ਦੇ ਜਜ਼ਬੇ ਵਿੱਚ ਨਾ ਵਾਇਰਸ ਆ ਗਿਆ। ਇਹਨੂੰ ਜ਼ਹਿਰੀਲਾ ਪੋਇਜ਼ਨਸ ਅਨਾਮੋ ਕਹਿੰਦੇ ਨੇ। ਸੋ ਅਸੀਂ ਨਾ ਮਾਂ ਬਣਨਾ ਸਿੱਖਣਾ ਹੈ, ਅਤੇ ਮਾਂ ਕੋਲੋਂ ਇਹ ਵੀ ਸਿੱਖਣਾ ਹੈ ਕਿ ਮਾਂ ਦਾ ਜਿਹੜਾ ਮੋਹ ਹੈ ਨਾ, ਇਹ ਰੱਬ ਜੀ ਨੇ ਗੁਣ ਜਜ਼ਬਾ ਪਾਇਆ ਹੋਇਆ ਹੈ, ਅਤੇ ਮਾਂ ਨਾ ਇਸ ਜਜ਼ਬੇ ਵਿੱਚ ਦੂਜਿਆਂ ਦੇ ਬੱਚੇ ਨੂੰ ਵੀ ਆਪਣਾ ਬੱਚਾ ਸਮਝਦੀ ਹੈ। ਮਾਂ ਦੂਜਿਆਂ ਨੂੰ ਆਪਣਾ ਸਮਝ ਕੇ ਉਹਨਾਂ ਨੂੰ ਉਹ ਆਪਣੇ ਮੋਹ ਨੂੰ ਐਲੀਵੇਟ ਕਰਦੀ ਹੈ, ਉਹ ਹੋਰਨਾਂ ਦੇ ਨਾਲ ਵਿਤਕਰਾ ਨਹੀਂ ਕਰਦੀ ਹੈ। ਇਸ ਕਰਕੇ ਮੈਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਮਾਂ ਦਾ ਜਿਹੜਾ ਬੱਚੇ ਨਾਲ ਮੋਹ ਹੈ ਨਾ, ਇਹ ਗਲਤ ਤਾਂ ਨਹੀਂ ਹੈ ਮੰਮੀ ਨਾ, ਹੈ ਨਾ। ਹਾਂਜੀ ਹਾਂ, ਤੇ ਜੇ ਗਲਤ ਨਹੀਂ ਹੈ ਤਾਂ ਅਸੀਂ ਫਿਰ ਇਸ ਦੇ ਅੰਦਰ ਵਾਇਰਸ ਨਹੀਂ ਵੜਨ ਦੇਣਾ। ਅਸੀਂ ਸਾਰੀ ਦੁਨੀਆ ਦੇ ਬੱਚਿਆਂ ਦੇ ਨਾਲ ਇਕੁਐਲਿਟੀ ਵਾਲਾ, ਇੱਕ ਪਿਤਾ ਇੱਕ ਕੇ ਮੁਬਾਰਕ ਵਾਲਾ, ਸਾਰੇ ਕੋਈ ਬੇਗਾਨਾ ਨਹੀਂ, ਐਸੇ ਵਾਲਾ ਮਾਂ ਦਾ ਜਜ਼ਬਾ ਵਾਲਾ ਮੋਹ ਬਣਾਉਣਾ ਹੈ। ਦੂਜਿਆਂ ਦੇ ਬੱਚਿਆਂ ਨੂੰ ਵੀ ਆਪਣਾ ਸਮਝਣਾ ਹੈ, ਦੂਜਿਆਂ ਦੇ ਬੱਚਿਆਂ ਨੂੰ ਵੀ ਕਲੇਜੇ ਲਾਉਣਾ ਹੈ। ਅਸੀਂ ਮਾਂ ਦਾ ਇਹ ਗੁਣ ਕਮਾਉਣਾ ਹੈ, ਔਰ ਅਸੀਂ ਵੀ ਸਾਰਿਆਂ ਨੇ ਸਿੱਖਣਾ ਹੈ। ਸੋ ਮੈਨੂੰ ਨਾ ਇੱਕ ਗੱਲ ਇੱਥੋਂ ਨਾ ਮੇਰਾ ਇੱਕ ਮਿੱਤਰ ਸੀ ਜਸਪਾਲ, ਨਿਊਯਾਰਕ, ਮੈਨੂੰ ਕਹਿੰਦਾ ਹੈ ਕਿ ਸੰਡੇ ਨਾ ਮੇਰੇ ਘਰ ਕੀਰਤਨ ਕਰਨ ਆਉਣਾ। ਤਾਂ ਮੈਂ ਨਾ ਉਸ ਨੂੰ ਕਿਹਾ ਕਿ ਮੈਂ ਆ ਜਾਵਾਂਗਾ, ਤਾਂ ਤੁਸੀਂ ਕਿਸ ਉਪਲਕਸ਼ 'ਚ ਕੀਰਤਨ ਕਰਾ ਰਹੇ ਹੋ? ਕਹਿੰਦਾ ਇੰਡੀਆ ਨਾ ਮੇਰੀ ਮਾਂ ਮੈਨੂੰ ਆਇਆ 10 ਸਾਲ ਹੋ ਗਏ ਨੇ, ਉਹਦੀ ਨਾ ਡੈਥ ਹੋ ਗਈ ਹੈ, ਅਤੇ ਮੈਂ ਬੜਾ ਸੌਰੀ ਫੀਲ ਕਰ ਰਿਹਾ ਕਿ ਮੈਂ ਉਹਦੀ ਸੇਵਾ ਨਹੀਂ ਕੀਤੀ। ਮੈਂ ਉਹਦੇ ਨਾਲ ਉੱਚਾ ਬੋਲਦਾ ਸੀ, ਔਰ ਮੈਂ ਉਹਨੂੰ ਟੌਂਟ ਵੀ ਕਰਦਾ ਸੀ ਕਿ ਤੂੰ ਦੂਜਿਆਂ ਦੀ ਸੇਵਾ ਲੱਗੀ ਰਹਿੰਦੀ, ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀ। ਤਾਂ ਅੱਜ ਮੈਨੂੰ ਬੜਾ ਦੁੱਖ ਲੱਗ ਰਿਹਾ, ਮੇਰੀ ਮਾਂ ਦੀ ਰੂਹ ਨੂੰ ਨਾ ਸ਼ਾਂਤੀ ਮਿਲੇਗੀ। ਮੈਂ ਪਾਠ ਰਖਾਇਆ ਅਤੇ ਤੁਸੀਂ ਕੀਰਤਨ ਕਰਨਾ। ਮੈਂ ਕਿਹਾ ਮੈਂ ਕੀਰਤਨ ਕਰਨ ਜ਼ਰੂਰ ਆਵਾਂਗਾ, ਪਰ ਜਸਪਾਲ ਮੈਂ ਤੈਨੂੰ ਇੱਕ ਗੱਲ ਦੱਸਾਂ, ਤੂੰ ਆਪਣੀ ਮਾਂ ਦੀ ਰੂਹ ਨੂੰ ਸ਼ਾਂਤੀ ਦੇਣਾ ਚਾਹੁੰਦਾ ਹੈ, ਤੂੰ ਰੀਅਲ ਸੈਂਸ ਵਿੱਚ ਇਸ ਪਛਤਾਵੇ ਨੂੰ ਖ਼ਤਮ ਕਰਨਾ ਚਾਹੁੰਦਾ ਹੈ, ਤਾਂ ਤੂੰ ਪਤਾ ਕੀ ਕਰ, ਤੂੰ ਨਾ ਇਸ ਤਰ੍ਹਾਂ ਕਰ ਕਿ ਇਸ ਦੁਨੀਆ ਵਿੱਚ ਨਾ ਕਿਸੇ ਲੋੜਵੰਦ ਨੂੰ ਨਾ ਆਪਣੀ ਮਾਂ ਬਣਾ ਲੈ, ਤੇ ਜੋ ਕੁਝ ਤੂੰ ਆਪਣੀ ਮਾਂ ਵਾਸਤੇ ਕਰਨਾ ਚਾਹੁੰਦਾ ਸੀ ਨਾ, ਇਹਦੇ ਵਾਸਤੇ ਕਰਨਾ ਸ਼ੁਰੂ ਕਰ ਦੇ। ਤੈਨੂੰ ਉਹਦੇ 'ਚੋਂ ਤੇਰੀ ਮਾਂ ਨਜ਼ਰ ਆਏਗੀ, ਤੇਰੀ ਮਾਂ ਅਲਾਈਵ ਹੋ ਜਾਏਗੀ, ਤੇਰੀ ਮਾਂ ਖੁਸ਼ ਹੋ ਜਾਏਗੀ, ਤੇਰੀ ਮਾਂ ਦੀ ਰੂਹ ਸ਼ਾਂਤ ਹੋ ਜਾਏਗੀ। ਤਾਂ ਜਸਪਾਲ ਨੂੰ ਇਹ ਵਾਲਾ ਪੁਆਇੰਟ ਬੜਾ ਪਸੰਦ ਆਇਆ ਸੀ। ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਮਾਵਾਂ ਦੀ ਰਿਸਪੈਕਟ ਤੇ ਕਰੀਏ, ਪਰ ਦੂਜਿਆਂ ਦੀਆਂ ਮਾਵਾਂ ਨੂੰ ਆਪਣੀ ਮਾਂ ਬਣਾ ਲਈਏ। ਇੰਝ ਹੋ ਸਕਦਾ ਨਾ ਮੰਮੀ? ਅਸੀਂ ਦੂਸਰਿਆਂ ਦੀ ਮਾਂ ਨੂੰ ਜਦੋਂ ਆਪਣੀ ਮਾਂ ਬਣਾ ਲੈਂਦੇ ਆ ਨਾ, ਤਾਂ ਇਸ ਦੁਨੀਆ ਵਿੱਚ ਕੋਈ ਮਾਂ ਭੁੱਖੀ ਨਹੀਂ ਮਰੇਗੀ, ਕੋਈ ਮਾਂ ਦੁਖੀ ਨਹੀਂ ਹੋਏਗੀ, ਕੋਈ ਮਾਂ ਆਪਣੇ ਔਰ ਬੇਗਾਨੇ ਵਿੱਚ ਫਰਕ ਨਹੀਂ ਰੱਖੇਗੀ, ਕਿਉਂਕਿ ਅਸੀਂ ਵੀ ਤਾਂ ਉਹਦੇ ਨਾਲ ਉਹ ਵਾਲਾ ਸਤਿਕਾਰ ਪਿਆਰ ਕਰਾਂਗੇ। ਮੈਂ ਸੁਣਿਆ ਕਿ ਮਾਂ ਬੇਗਾਨੇ ਦੇ ਬੱਚੇ ਨੂੰ ਵੀ ਆਪਣੇ ਕਲੇਜੇ ਨਾਲ ਲਾ ਲੈਂਦੀ ਹੈ ਨਾ ਮੰਮੀ? ਹਾਂਜੀ ਹਾਂਜੀ, ਲਾ ਲੈਂਦੀ ਹੈ ਨਾ। ਤਾਂ ਮੈਂ ਇਹ ਵੀ ਸੁਣਿਆ ਕਿ ਕਈ ਮਾਵਾਂ ਨੇ ਬੇਗਾਨੇ ਦੇ ਬੱਚੇ ਨੂੰ
ਉਹਦੀ ਜ਼ਿੰਦਗੀ ਖਤਰੇ 'ਚ ਪਈ ਸੀ ਤਾਂ ਆਪਣਾ ਦੁੱਧ ਪਿਲਾਇਆ ਉਹਨਾਂ ਨੂੰ। ਇਹਦਾ ਮਤਲਬ ਇਹ ਹੋ ਗਿਆ ਕਿ ਮਾਂ ਆਪਣਾ ਸਭ ਕੁਝ ਵਾਰ ਕੇ ਦੂਸਰਿਆਂ ਵਾਸਤੇ ਜੀਂਦੀ ਹੈ, ਤਾਂ ਅਸੀਂ ਫਿਰ ਮਾਂ ਦਾ ਇਹ ਵਾਲਾ ਜਜ਼ਬਾ ਦੇ ਕੇ ਅਸੀਂ ਵੀ ਤੇ ਫਿਰ ਫਿਊਚਰ ਦੀ ਮਾਂ ਇਸ ਸਮਾਜ ਨੂੰ ਦੁਬਾਰਾ ਤੋਂ ਕ੍ਰੀਏਟ ਕਰੀਏ ਨਾ। ਹਾਂਜੀ ਹਾਂਜੀ ਬਿਲਕੁਲ। ਤੁਸੀਂ ਮੇਰਾ ਪੁਆਇੰਟ ਸਮਝ ਰਹੇ ਹੋ ਠੀਕ ਤਰ੍ਹਾਂ। ਹਾਂਜੀ। ਸੋ ਫਿਊਚਰ ਲਈ ਅਸੀਂ ਚੰਗੀ ਮਾਂ ਬਣਾ ਸਕਦੇ ਹਾਂ। ਮਾਂ ਜਿਹੜੀ ਅੱਜ ਬੱਚਿਆਂ ਨੂੰ ਝਿੜਕਦੀ ਹੈ ਉਹ ਨਾ ਝਿੜਕੇ। ਜਿਹੜੀ ਮਾਂ ਬੱਚਿਆਂ ਨੂੰ ਕੌੜੇ ਬੋਲਦੀ ਹੈ, ਉਹਨਾਂ ਨੂੰ ਟੌਂਟ ਕਰਦੀ ਹੈ, ਉਹਨਾਂ ਨੂੰ ਦੂਜਿਆਂ ਦੇ ਸਾਹਮਣੇ ਲੈਟ ਡਾਊਨ ਕਰਦੀ ਹੈ, ਉਹ ਵਾਲੀ ਮਾਂ ਨਾ ਬਣੀਏ। ਅਸੀਂ ਸਾਰੀ ਦੁਨੀਆ ਦਾ ਸਾਂਝ ਕਰੀਏ ਕਿ ਜਿਹੜੀ ਮਾਂ ਹੁੰਦੀ ਹੈ ਉਹ ਆਪਣੇ ਬੱਚੇ ਨੂੰ ਲੈਟ ਡਾਊਨ ਨਹੀਂ ਕਰਦੀ ਹੈ, ਉਹਨੂੰ ਝਿੜਕਦੀ ਨਹੀਂ ਹੈ, ਬਲਕਿ ਉਹਨੇ ਇਸ ਲੋਕਡਾਊਨ ਵਿੱਚ ਨਾ ਮਾਵਾਂ ਬੱਚਿਆਂ ਨੂੰ ਇਤਨਾ ਪਿਆਰ ਕਰਨ ਕਿ ਲੋਕਡਾਊਨ ਖਤਮ ਹੋਣ ਤੋਂ ਬਾਅਦ ਵੀ ਜਦੋਂ ਬੱਚਾ ਬਾਹਰ ਜਾਵੇ ਨਾ ਤਾਂ ਉਹ ਖਿੱਚਿਆ ਚਲਾ ਆਵੇ ਤੇ ਮਾਂ ਕੋਲ ਰੋਜ਼ ਬੈਠੇ, ਉਹਨੂੰ ਤਾਂਗ ਹੋਵੇ ਮੈਂ ਸ਼ਾਮੀ ਘਰ ਜਾਣਾ। ਸੋ ਮਾਂ ਦੇ ਨਾ ਭਾਵੇਂ ਅਸੀਂ ਈਸਟ 'ਚ ਹੋਈਏ ਭਾਵੇਂ ਵੈਸਟ 'ਚ ਹੋਈਏ, ਸਾਨੂੰ ਨਾ ਇਸ ਮਾਂ ਦੇ ਜਜ਼ਬੇ ਨੂੰ ਰਿਟੇਨ ਕਰਨਾ ਹੈ। ਅਸੀਂ ਆਪਣੇ ਅੰਦਰੋਂ ਕੁਮਤ ਰੂਪੀ ਮਾਂ ਦੂਰ ਕਰਾਂਗੇ ਨਾ ਤਾਂ ਸੁਮਤ ਰੂਪੀ ਮਾਂ ਬਣੇਗੀ। ਉਹਨੂੰ ਕਹਿੰਦੇ ਨੇ ਜਿਹੜਾ ਮਾਂ ਸੈਮੀਨਾਰ 'ਚ ਅਸੀਂ ਡਿਸਕਸ ਕੀਤਾ ਸੀ, ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰੇ ਵਿਸੇਕ, ਇਹ ਵਾਲਾ ਅਸੀਂ ਕੀਤਾ ਸੀ ਨਾ। ਸੋ ਨਵੇਂ ਸਮਾਜ ਦੀ ਅਸੀਂ ਸਿਰਜਣਾ ਕਰ ਸਕਦੇ ਹਾਂ। ਪੂਰੀ ਦੁਨੀਆ ਵਿੱਚ ਕੋਈ ਵੀ ਮਾਂ ਦੁੱਖ ਤੋਂ, ਭੁੱਖ ਤੋਂ, ਦਵਾਈ ਤੋਂ, ਬੱਚਿਆਂ ਦੇ ਵਿਛੋੜੇ ਦੇ ਦੁੱਖ ਤੋਂ ਨਾ ਮਰੇ। ਅਸੀਂ ਦੁਨੀਆ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਜਿਹੜੀਆਂ ਆਪਣੀਆਂ ਧੀਆਂ ਨੂੰ ਅੱਗੇ ਵਿਆਹੋਗੇ ਨਾ, ਉਹ ਕਿਸੇ ਦਾ ਨੂੰ ਬਣ ਜਾਣ ਤਾਂ ਮਾਵਾਂ ਨੂੰ ਉਹਨਾਂ ਦੇ ਪੁੱਤਰਾਂ ਨਾਲ ਵੱਖ ਨਾ ਕਰਨ, ਮਾਵਾਂ ਦੇ ਘੋਂਸਲੇ ਨਾ ਤੋੜਨ। ਇਹ ਵੱਖਵਾਦ ਅਸੀਂ ਨਹੀਂ ਕਰਨਾ, ਇਹ ਵਾਲਾ ਅਸੀਂ ਨਵਾਂ ਸਮਾਜ ਬਣਾਉਣਾ। ਮੈਂ ਤਾਂ ਇਹ ਸੋਚਦਾ ਕਿ ਕਿਸੇ ਇਸਤਰੀ ਨੂੰ, ਕਿਸੇ ਮਾਂ ਨੂੰ ਪਤਾ ਨਹੀਂ ਕਿਸ ਮਜਬੂਰੀ ਦੇ ਅੰਦਰ ਮਰਦ ਦੇ ਲਸਟਫੁਲ ਫੀਲਿੰਗ ਨੇ, ਉਹਦੀ ਕਾਮੀ ਫੀਲਿੰਗ ਨੇ ਉਹਨੂੰ ਮੰਦੇ ਕੰਮ ਲਾ ਦਿੱਤਾ। ਸੋ ਅਸੀਂ ਹੁਣ ਦੁਨੀਆ ਵਿੱਚ ਕਿਸੇ ਵੀ ਇਸਤਰੀ ਨੂੰ ਕੰਜਰੀ ਵੇਸਵਾ ਨਹੀਂ ਕਵਾਂਗੇ, ਬਲਕਿ ਉਹਦੀ ਮਜਬੂਰੀ ਲੱਭਾਂਗੇ ਕਿ ਇਹਨੂੰ ਕਮਾਈ ਜੇ ਨਹੀਂ ਹੋਈ ਸੀ ਤਾਂ ਇਹਨੂੰ ਇਸ ਮਜਬੂਰੀ 'ਤੇ ਉਹਦੀ ਰੋਜ਼ੀ ਰੋਟੀ ਦੇ ਬਾਰੇ ਸੋਚਾਂਗੇ, ਉਹਦੇ ਸਰਵਾਈਵਲ ਦਾ ਸੋਚਾਂਗੇ। ਔਰ ਮੈਂ ਇਸ ਜਿਹੜਾ ਹੈ ਕਰੋਨਾ ਵਾਇਰਸ ਕਰਕੇ ਲੋਕੀ ਦਵਾਈਆਂ ਤੇ ਲੰਗਰ ਵੰਡ ਰਹੇ ਨੇ ਨਾ, ਮੈਂ ਸੁਣਿਆ ਕਿ ਸਿੱਖਾਂ ਦੇ ਗਰੁੱਪ ਨੇ ਜਾ ਕੇ ਜਿਨ੍ਹਾਂ ਤੇ ਲੇਬਲ ਲਗਾ ਦਿੱਤਾ ਸੀ ਕੰਜਰੀਆਂ ਨੇ ਜਾਂ ਕੁਝ ਵੀ ਹੈ, ਉਹਨਾਂ ਨੂੰ ਜਾ ਕੇ ਖਾਣਾ ਖਵਾਇਆ। ਅੱਜ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਨਾ। ਸੋ ਮੈਂ ਮਾਂ ਦੇ ਬਾਰੇ ਸੋਚਦਾ ਕਿ ਇੱਕ ਕੁਐਸਚਨ ਵੀ ਹੋਰ ਉੱਠਦਾ ਹੈ ਕਿ ਜੇ ਇੱਕ ਮਾਂ ਦੇ ਦੋ ਬੱਚੇ ਹੋਣ, ਕੋਈ ਵੀ ਦੁਨੀਆ ਦੀ ਮਾਂ ਚਾਹੁੰਦੀ ਨਹੀਂ ਕਿ ਮੇਰਾ ਬੱਚਾ ਭੈੜਾ ਬਣੇ। ਸੋ ਜੇ ਇਹ ਕੁਐਸਚਨ ਉੱਠਦਾ ਹੈ ਕਿ ਇੱਕ ਮਾਂ ਦੇ ਦੋ ਬੱਚੇ ਹੋਣ, ਇੱਕ ਬੱਚਾ ਚੰਗਾ ਬਣ ਗਿਆ, ਇੱਕ ਬੱਚਾ ਮਾੜਾ ਬਣ ਗਿਆ, ਤਾਂ ਅਸੀਂ ਫਿਰ ਕੀ ਕਵਾਂਗੇ ਉਹਦੇ ਬਾਰੇ? ਉਹਦੇ 'ਚ ਅਸੀਂ ਮਾਂ ਨੂੰ ਲੇਬਲ ਕਰਾਂਗੇ ਕਿ ਮਾਂ ਨੇ ਭੈੜਾ ਬੱਚਾ ਬਣਾਇਆ ਹੈ। ਅਲਟੀਮੇਟਲੀ ਇਹ ਰਿਜ਼ਲਟ ਨਿਕਲੇਗਾ ਕਿ ਜਿਹੜਾ ਬੱਚਾ ਭੈੜਾ ਬਣ ਗਿਆ ਹੈ ਉਹਨੇ ਮਾਂ ਦੇ ਚੰਗੇ ਗੁਣ ਨਹੀਂ ਲਏ, ਤਾਂ ਉਹਨੇ ਫਿਰ ਕੀ ਕੀਤਾ ਹੈ? ਉਹਨੇ ਨਾ ਕੁਸੰਗਤ ਕੀਤੀ ਹੈ। ਸੋ ਕੁਸੰਗਤ ਧਰਮ ਦੀ ਦੁਨੀਆ ਵਿੱਚ ਮਤਰੇਈ ਮਾਂ ਨੂੰ ਕਹਿੰਦੇ ਨੇ। ਮਤਰੇਈ ਮਾਂ ਝਿੜਕਦੀ ਹੈ, ਮਤਰੇਈ ਮਾਂ ਵਿਤਕਰਾ ਕਰਦੀ ਹੈ। ਸੋ ਅਸੀਂ ਸਾਰਿਆਂ ਨੇ ਇਹ ਸਿੱਖਣਾ ਹੈ ਕਿ ਮੇਰਾ ਮਨ ਚੰਗਾ ਪੁੱਤਰ ਬਣੇ। ਦੁਨੀਆ ਦਾ ਹਰ ਮਨੁੱਖ ਇਹ ਵਾਲੀ ਮਾਂ ਕ੍ਰੀਏਟ ਕਰ ਸਕਦਾ ਹੈ। ਕੁਮਤ ਤੋਂ ਸੁਮਤ, ਕੁਮਤ ਨੂੰ ਮਤਰੇਈ ਮਾਂ ਸਟੈਪ ਮਦਰ ਕਹਿੰਦੇ ਨੇ, ਤਾਂ ਕੁਮਤ ਤੋਂ ਸੁਮਤ ਬਣਨਾ ਹੈ, ਕਿਉਂਕਿ ਸੁਮਤ ਆਉਣ ਸਾਰ ਅਸੀਂ ਇਕੁਐਲਿਟੀ, ਯੂਨੀਵਰਸਲ ਬ੍ਰਦਰਹੁੱਡ ਸਿੱਖ ਜਾਵਾਂਗੇ। ਇਹ ਹੀ ਤੇ ਮਾਂ ਦਾ ਜਜ਼ਬਾ ਅਸੀਂ ਸਿੱਖਣਾ ਹੈ ਔਰ ਸਾਰਿਆਂ 'ਚ ਕ੍ਰੀਏਟ ਕਰਨਾ ਹੈ। ਸੋ ਉਹਨੂੰ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ, ਅਸੀਂ ਸੰਤੋਖੀ ਹੋ ਜਾਵਾਂਗੇ। ਸੋ ਮਾਂ ਦੇ ਜਜ਼ਬੇ ਨੂੰ ਯੂਨੀਵਰਸਲ ਟਰੁੱਥ ਕਹਿੰਦੇ ਨੇ, ਔਰ ਮਾਂ ਦੇ ਜਜ਼ਬੇ ਨੂੰ, ਮਾਂ ਦੇ ਲੇਬਲ ਨੂੰ, ਮਦਰਹੁੱਡ ਨੂੰ ਅਸੀਂ ਕਿਸੇ ਤਰ੍ਹਾਂ ਵੀ ਰਿਟੇਨ ਕਰਨਾ ਹੈ।
ਇਹ ਗਵਾਚ ਰਿਹਾ ਨਸ਼ੇ ਵਿੱਚ, ਇਹ ਗਵਾਚ ਰਿਹਾ ਅਸ਼ਲੀਲਤਾ ਵਿੱਚ, ਇਹ ਗਵਾਚ ਰਿਹਾ ਹੈ, ਇਹ ਖਤਮ ਹੋ ਰਿਹਾ ਹੈ। ਅੱਜ ਉਹ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਲਾਉਣਾ ਚਾਹੁੰਦੀ, ਅੱਜ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀ, ਅੱਜ ਉਹ ਆਪਣੀ ਫਿਕਰ ਵਾਸਤੇ ਬੱਚਾ ਜੰਮਣਾ ਨਹੀਂ ਚਾਹੁੰਦੀ। ਅਸੀਂ ਮਦਰਹੁੱਡ ਦੇ ਇਸ ਕੀਮਤੀ ਰੁਤਬੇ ਨੂੰ ਕਿਸੇ ਤਰ੍ਹਾਂ ਬਚਾਉਣਾ ਹੈ ਔਰ ਕਿਸੇ ਤਰ੍ਹਾਂ ਇਸ ਨੂੰ ਨਵੇਂ ਸਮਾਜ ਵਿੱਚ ਹਾਈਐਸਟ ਪੈਡੈਸਟਲ ਤੇ ਰੱਖਣਾ ਹੈ। ਇਹ ਮੇਰੀ ਰਿਕੁਐਸਟ ਹੈ ਅੱਜ ਇਸ ਮਾਂ ਦੇ ਬਾਰੇ ਜਿਹੜੀ ਮੈਂ ਸਾਂਝ ਕਰ ਰਿਹਾ ਨਾ। ਇਤਨਾ ਕੁਛ ਮੈਂ ਮਾਂ ਬਾਰੇ, ਮਦਰਸ ਡੇ ਬਾਰੇ ਸਾਂਝ ਕੀਤਾ ਹੈ। ਤੇ ਮੈਂ ਨਾ ਜੋ ਮਨੁੱਖ ਪਿਓ ਬਣਦੇ ਨੇ, ਜੋ ਮਨੁੱਖ ਮਦਰ ਇਨ ਲਾ, ਫਾਦਰ ਇਨ ਲਾ ਬਣਦੇ ਨੇ, ਜਾਂ ਜੋ ਮਨੁੱਖ ਪਤੀ ਬਣਦੇ ਨੇ, ਹੈ ਨਾ, ਜਾਂ ਜੋ ਸਾਡੀਆਂ ਧੀਆਂ ਹੁੰਦੀਆਂ, ਉਹਨਾਂ ਸਾਰਿਆਂ ਨਾਲ ਵੀ ਗੱਲ ਸਾਂਝ ਕਰਨਾ ਚਾਹੁੰਦਾ। ਪਹਿਲੀ ਗੱਲ ਕਿ ਧੀ ਨਾ ਬਚਪਨ ਵਿੱਚ ਟੀਨੇਜ ਅਤੇ ਉਸ ਤੋਂ ਬਾਅਦ ਕਾਲਜ ਅਤੇ ਕੰਮ ਵੇਲੇ ਤੱਕ ਨਾ ਮਾਂ ਨੂੰ ਸਮਝਦੀ ਨਹੀਂ ਹੈ, ਉਹ ਮਾਂ ਨੂੰ ਸਮਝਾਉਂਦੀ ਰਹਿੰਦੀ ਹੈ। ਲੇਕਿਨ ਜਦੋਂ ਉਹ ਆਪ ਵਿਆਹੀ ਜਾਂਦੀ ਹੈ ਨਾ, ਤਾਂ ਉਹਨੂੰ ਸਹੁਰੇ ਘਰ ਜਾ ਕੇ ਉਹ ਆਪਣਾ ਮਾਂ ਬਣਨ ਵਾਲਾ ਜਿਹੜਾ ਉਹਦਾ ਰੋਲ ਆਉਂਦਾ ਹੈ। ਜਦੋਂ ਬੱਚਾ ਜੰਮਦੀ ਹੈ ਤਾਂ ਉਹਨੂੰ ਆਪਣੀ ਮਾਂ ਯਾਦ ਆਉਂਦੀ ਹੈ ਕਿ ਮੇਰੀ ਮਾਂ ਤਾਂ ਬਹੁਤ ਸਿਆਣੀ ਹੈ। ਅਤੇ ਜਦੋਂ ਉਹ ਵੱਡੀ ਹੁੰਦੀ ਜਾਂਦੀ ਹੈ ਤਾਂ ਉਹਨੂੰ ਆਪਣੇ ਮਾਂ ਦੇ ਗੁਣ ਯਾਦ ਆਉਂਦੇ ਜਾਂਦੇ ਨੇ। ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਨਾ ਸਕੂਲਾਂ ਦੀ ਪੜ੍ਹਾਈਆਂ ਵਿੱਚ ਆਪਣੀਆਂ ਧੀਆਂ ਨੂੰ, ਜਿਹੜੀਆਂ ਦੂਜਿਆਂ ਦੇ ਘਰਾਂ ਜਾ ਕੇ ਨੂੰਹਾਂ ਬਣਦੀਆਂ ਨੇ, ਉਹਨਾਂ ਨੂੰ ਐਸੀਆਂ ਚੰਗੀਆਂ ਬਣਾਉਣਾ ਹੈ ਕਿ ਉੱਥੇ ਜਾ ਕੇ ਚੰਗੀਆਂ ਧੀਆਂ, ਭਾਵ ਚੰਗੀਆਂ ਨੂੰਹਾਂ ਸਾਬਿਤ ਹੋਣ, ਉਹਨਾਂ ਦੇ ਘਰ ਵੰਡੀਆਂ ਨਾ ਪਾਉਣ, ਉਹਨਾਂ ਸਾਰਿਆਂ ਨੂੰ ਜਾ ਕੇ ਪਿਆਰ ਕਰ ਸਕਣ। ਉਹਨੂੰ ਕਹਿੰਦੇ ਨੇ ਪਈੜੈ ਸ਼ੋ ਸੇਵ ਤੂੰ ਸੌਰੜੈ ਸੁਖਵਾਸ, ਗੁਰ ਮਿਲਚਾ ਜਚਾਰ ਸਿੱਖ ਤੁਧ ਕਦੇ ਨਾ ਲੱਗਿਆ ਦੁੱਖ। ਦੂਜੀ ਗੱਲ, ਜਿਹੜੀਆਂ ਸਾਡੀਆਂ ਬੱਚੀਆਂ ਨੂੰਹਾਂ ਬਣ ਕੇ ਦੂਜਿਆਂ ਦੇ ਘਰਾਂ 'ਚ ਜਾਂਦੀਆਂ, ਉੱਥੇ ਉਹ ਬੱਚਾ ਜੰਮਦੀਆਂ ਨੇ, ਤਾਂ ਮੇਰੀ ਰਿਕੁਐਸਟ ਹੈ ਇਨ ਲॉज ਨੂੰ ਵੀ ਕਿ ਮਦਰਸ ਡੇ 'ਤੇ ਨਾ ਇਹ ਅਸੀਂ ਸਿੱਖੀਏ ਕਿ ਅਸੀਂ ਉਸ ਮਾਂ ਨੂੰ, ਜਿਹੜੀ ਸਾਡੀ ਨੂੰਹ ਹੈ, ਉਹਨੂੰ ਟੌਂਟ ਨਾ ਕਰੀਏ, ਉਹਨੂੰ ਗੱਲ ਤੇ ਗੁੱਸਾ ਨਾ ਕਰੀਏ, ਕਿਉਂਕਿ ਉਹ ਸਾਡੇ ਪੁੱਤਰ ਦੇ ਜਿਹੜੇ ਬੱਚੇ ਨੇ ਨਾ, ਉਹਨਾਂ ਦੀ ਮਾਂ ਹੈ। ਉਹਨੇ ਸਾਰੀ ਉਮਰ ਉਹਨਾਂ ਨੂੰ ਪਿਆਰ ਨਾਲ ਡੀਲ ਕਰਨਾ ਹੈ। ਅਸੀਂ ਉਹਨੂੰ ਛਿੱਥਾ ਨਾ ਪਾਈਏ, ਅਸੀਂ ਉਹਨੂੰ ਚਿੜਚਿੜਾ ਨਾ ਕਰੀਏ, ਅਸੀਂ ਉਹਨੂੰ ਨਮਰਤਾ ਔਰ ਪਿਆਰ ਵਿੱਚ ਰੱਖੀਏ, ਅਸੀਂ ਉਹਨੂੰ ਇਰੀਟੇਟ ਨਾ ਕਰੀਏ, ਹੈ ਨਾ। ਇਹਦੇ ਨਾਲ ਕੀ ਹੋਏਗਾ ਕਿ ਉਹ ਸਾਡੇ ਹੀ ਗ੍ਰੈਂਡ ਚਿਲਡਰਨ ਨੂੰ ਪਿਆਰ ਨਾਲ ਰੱਖੇਗੀ। ਉਹਨੂੰ ਟੌਂਟ ਨਾ ਕਰੀਏ, ਉਹਦੇ ਪੇਕਿਆਂ ਨੂੰ ਬੁਰਾ ਭਲਾ ਨਾ ਕਹੀਏ, ਉਹਨੂੰ ਕਲੇਜੇ ਨਾਲ ਲਗਾ ਕੇ ਆਪਣੀ ਧੀ ਹੀ ਬਣਾਈਏ। ਸੋ ਇਹ ਇਨ ਲॉज ਵਾਸਤੇ ਮਦਰਸ ਡੇ ਦਿਨ ਮੈਨੂੰ ਇੱਕ ਪੁਆਇੰਟ ਖਿਆਲ ਆ ਗਿਆ। ਅਤੇ ਇਸ ਤੋਂ ਇਲਾਵਾ ਇਹ ਪੁਆਇੰਟ ਵੀ ਇਹ ਸਮਝ ਆਉਂਦਾ ਹੈ ਕਿ ਜਿਹੜੇ ਸਾਡੇ ਪਿਓ ਨੇ ਨਾ, ਉਹ ਜਦੋਂ ਪਤੀ ਬਣੇ ਸੀ ਤਾਂ ਤੋਂ ਹੁਣ ਤੱਕ ਉਹ ਆਪਣੀ ਪਤਨੀ, ਮਤਲਬ ਸਾਡੀ ਮਾਂ ਦੇ ਨਾਲ ਮਿਸਬਿਹੇਵ ਕਰਦੇ ਨੇ, ਉਹਦੇ ਨਾਲ ਗੁੱਸੇ ਨਾਲ ਬੋਲਦੇ ਨੇ, ਉਹਨੂੰ ਝਿੜਕਦੇ ਨੇ, ਉਹਨੂੰ ਪੂਰੀ ਰਿਸਪੈਕਟ ਨਹੀਂ ਦਿੰਦੇ ਨੇ। ਕਈਆਂ ਨੇ ਤਾਂ ਉਹਨੂੰ ਪੈਰ ਦੀ ਜੁੱਤੀ ਬਣਾਇਆ ਹੋਇਆ, ਸਿਰਫ ਨੌਕਰਾਣੀ ਬਣਾਇਆ ਹੋਇਆ, ਸਿਰਫ ਆਪਣੀ ਲਸਟ ਪੂਰਤੀ ਵਾਸਤੇ ਰੱਖਿਆ ਹੋਇਆ। ਨਹੀਂ 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 ਨਹੀਂ, ਮੇਰੀ ਉਹਨਾਂ ਅੱਗੇ ਰਿਕੁਐਸਟ ਹੈ ਕਿ ਜਿਹੜੀ ਪਤਨੀ ਬਣਦੀ ਹੈ ਅਤੇ ਜਿਹੜੀ ਸਾਡੀ ਮੇਰੀ ਮਾਂ ਜਿਸ ਦੀ ਪਤਨੀ ਬਣੀ, ਭਾਵ ਮੇਰਾ ਪਿਤਾ, ਅਸੀਂ ਸਾਰੇ ਆਪਣੇ ਪਿਤਾ ਨਾਲ ਰਿਕੁਐਸਟ ਕਰੀਏ ਕਿ ਉਹਨੂੰ ਪਿਆਰ ਕਰਨ, ਉਹਦੀ ਮਦਰਹੁੱਡ ਨੂੰ ਨਰਚਰ ਕਰਵਾਉਣ, ਤਾਂ ਕਿ ਸਾਡਾ ਸਾਰਾ ਘਰ ਮੰਦਰ ਬਣ ਜਾਵੇ, ਸਵਰਗ ਬਣ ਜਾਵੇ। ਅਤੇ ਅਸੀਂ ਆਪਣੇ ਪੁੱਤਰਾਂ ਨੂੰ ਵੀ ਇਹ ਰਿਕੁਐਸਟ ਕਰਾਂਗੇ ਕਿ ਪੁੱਤਰਾਂ ਨੂੰ ਇਹ ਮੱਤ ਦਈਏ ਕਿ ਤੂੰ ਜਦੋਂ ਕੱਲ੍ਹ ਜਾ ਕੇ ਕਿਸੇ ਦੀ ਬੱਚੀ ਨੂੰ ਵਿਆਹ ਕੇ ਲਿਆਏਗਾ ਨਾ, ਤਾਂ ਉਹਨੂੰ, ਉਹਦੀ ਮਦਰਹੁੱਡ ਬਹੁਤ ਵਧੀਆ ਬਣੇ, ਕਿਉਂਕਿ ਉਹਨੇ ਪ੍ਰੋਕ੍ਰੀਏਸ਼ਨ ਦਾ ਕੰਮ ਕਰਨਾ ਹੈ, ਸਿਰਜਨਾਤਮਕ ਇੱਕ ਬੱਚਾ ਜੰਮਣਾ ਹੈ ਰੱਬੀ ਗੁਣ ਦੇ ਨਾਲ, ਤਾਂ ਉਹ ਦੁਨੀਆ ਨੂੰ ਚੰਗਾ ਬੱਚਾ ਦੇ ਸਕੇ। ਇਸ ਕਰਕੇ ਉਹਦੇ ਨਾਲ ਮਿਸਬਿਹੇਵ ਨਹੀਂ ਕਰਨਾ, ਉਹਦਾ ਸਤਿਕਾਰ ਕਰਨਾ ਹੈ। ਇਹ ਮੈਂ ਮਦਰਸ ਡੇ 'ਤੇ ਸਾਰਿਆਂ ਨਾਲ ਬੇਨਤੀ ਕਰਦਾ।